सगल गुना के दाते स्वामी, बिनो सुनो एक दीना। देहो दरस नानक भलेहारी, जियड़ा बल बल की ना। जो मांगे ठाकुर अपने ते, सोई सोई देवै है। नानक दास मुख ते जो बोलै, इहा ऊहा सच होवै। तेरे कवन कवन गुण कह गावा, तू साहिब गुनी निधाना। तुमरी महिमा बरन न साको, तू ठाकुर ऊच भगवाना। सुखौ टल गुर सेविय, अहनस सहज सुभाए। दर्शन परसय गुरु कै, जन्म मरण दुख जाए। वै सिफत खसमदी, नोय अरसों कुरसों चटिया। डिठे सच्चे पातशाह, माल जन्म जन्म दी कटिया। डिठे सच्चे पातशाह, माल जन्म जन्म दी कटिया। सतनाम श्री वाहिगुरु साहिब जीओ। सोरठ महला पंजवा। खोजत खोजत खोज विचार्यो, राम नाम तत सारा। किलबिख काटे निमख राध्या, गुरमुख पारे उतारा। हर रस पीवो पुरख ज्ञानी, सुन सुन महा तृप्त मन पावै। साधु अमृत बानी, खोजत खोजत खोज विचार्यो, राम नाम तत सारा। वाहिगुरु जी का खालसा, वाहिगुरु जी की फतेह। पतत पावन सतगुरु गुरु ग्रंथ साहिब जियां दी पवित्र पावन हजूरी अंदर सज रहे सुंदर दीवान। इन्हां दीवाना अंदर आप संगतां ने सतगुरां दी गुरबाणी कीर्तन, गुरबाणी नितनेम आप संगतां ने भावना नाल सरवण करके गुरबाणी पढ़ के लाहे प्राप्त किए हैं। इस वेले सतगुरां दी गुरबाणी दी विचार जो लड़ीवार कथा दे द्वारा आपां सरवण करते हाँ, इस विचार नूं सरवण करन वास्ते आप संगतां एकत्रित होए हो। आओ कुछ समय लिए अपने मन के ध्यान नूं टकाइए, भावना नाल सतगुरां दी इस बाणी दी विचार नूं सरवण करके लाहा प्राप्त करिए। मन बिरतियां नूं टकाइए, मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। सोरठ महला पंजवा। पातशाह साहिब गुरु अर्जन देव महाराज साहब जी ये पावन उपदेश गुरबाणी का सानू बख्शिश कर रहे हैं। सोरठ राग का नाम है। पंचम पातशाह जियां का ये शब्द 611 अंग के उपर आपां नूं प्राप्त हो रहा है।
ਪਵਿੱਤਰ ਬਖਸ਼ਿਸ਼ ਕਰਦੇ ਹਨ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਫਰਮਾਉਂਦੇ ਨੇ, ਖੋਜਤ ਖੋਜਤ, ਲੱਭਦਿਆਂ ਲੱਭਦਿਆਂ, ਢੂੰਡਦਿਆਂ ਢੂੰਡਦਿਆਂ, ਜਦੋਂ ਇਹ ਯਤਨ ਕੀਤਾ ਤੇ ਖੋਜ ਵਿਚਾਰਾ, ਫਿਰ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਖੋਜ ਰਸਤਾ ਹੈ ਫਿਰ ਉਸ ਨੂੰ ਵਿਚਾਰਿਆ, ਲੱਭਣ ਵਾਲਾ ਹੋ ਗਿਆ। ਜਿੰਨਾ ਚਿਰ ਤੇਰੇ ਮਨ ਵਿੱਚ ਇਹ ਵਿਚਾਰ ਨਹੀਂ ਬਣਦੀ ਕਿ ਮੈਂ ਕੁਝ ਪ੍ਰਾਪਤ ਕਰਨਾ ਹੈ, ਮੈਂ ਕੁਝ ਲੱਭਣਾ ਹੈ, ਉਹਨਾਂ ਚਿਰ ਵਸਤੂ ਲੱਭੇਗੀ ਨਹੀਂ। ਲੱਭੇਗੀ ਉਸ ਵੇਲੇ ਜਦੋਂ ਤੇਰੇ ਮਨ ਦੀ ਇਹ ਵਿਚਾਰ ਬਣ ਜਾਵੇਗੀ, ਮੇਰੇ ਕੋਲੋਂ ਕੁਝ ਗਵਾਚਿਆ ਹੈ। ਕੀ ਗਵਾਚਿਆ ਹੈ? ਮੈਂ ਉਸ ਨੂੰ ਲੱਭਣਾ ਹੈ। ਗਵਾਚੀ ਵਸਤੂ ਉਹ ਹੈ ਜਿਹੜੀ ਸਾਡੇ ਕੋਲ ਪਹਿਲਾਂ ਸੀ ਪਰ ਹੁਣ ਨਹੀਂ ਹੈ। ਉਹ ਕਿਹੜੀ ਇਹੋ ਜਿਹੀ ਵਸਤੂ ਹੈ ਜਿਹੜੀ ਪਹਿਲਾਂ ਸਾਡੇ ਕੋਲ ਸੀ ਪਰ ਹੁਣ ਨਹੀਂ? ਉਹ ਵਸਤੂ ਹੈ ਪਰਮਾਤਮਾ ਦਾ ਨਾਮ। ਜਦੋਂ ਅਸੀਂ ਮਾਤਾ ਦੇ ਗਰਭ ਦੇ ਅੰਦਰ ਸੀ, ਉਸ ਵੇਲੇ ਉਹ ਨਾਮ ਸਾਡੇ ਕੋਲ ਸੀ, ਉਸ ਨਾਮ ਨੂੰ ਅਸੀਂ ਜਪਦੇ ਸੀ। ਪਰ ਜਦੋਂ ਸੰਸਾਰ ਵਿੱਚ ਆ ਗਏ, ਲਿਵ ਛੁਡਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਸੰਸਾਰ ਵਿੱਚ ਜਨਮ ਲੈਂਦਿਆਂ ਸਾਰੀ ਲਿਵ ਛੁਡਕੀ, ਧਿਆਨ ਛੁੱਟ ਗਿਆ ਪਰਮਾਤਮਾ ਦੇ ਵੱਲੋਂ। ਦੁਨੀਆ ਵਿੱਚ ਆ ਕੇ ਲੱਗੀ ਤ੍ਰਿਸ਼ਨਾ, ਪਦਾਰਥਾਂ ਦੀ ਤ੍ਰਿਸ਼ਨਾ ਲੱਗ ਗਈ ਤੇ ਪਦਾਰਥਾਂ ਦਾ ਪਹਿਲਾ ਰੂਪ ਸਾਨੂੰ ਦੁੱਧ ਮਿਲਿਆ। ਮਾਂ ਦੇ ਦੁੱਧ ਦੁਆਰਾ ਪਹਿਲੇ ਪਦਾਰਥ ਦੀ ਤ੍ਰਿਸ਼ਨਾ ਲੱਗ ਗਈ। ਸਤਿਗੁਰੂ ਕਹਿਣ ਲੱਗੇ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਨੇ ਆਪਣਾ ਹੁਕਮ ਵਰਤਾਇਆ। ਇਹ ਮਾਇਆ ਦਾ ਹੁਕਮ ਹੋਇਆ। ਇਹ ਜੀਵ ਦੁਨੀਆ ਵਿੱਚ ਆ ਗਿਆ, ਇਹਨੂੰ ਇਸ ਵੇਲੇ ਪਦਾਰਥਾਂ ਦੀ ਤ੍ਰਿਸ਼ਨਾ ਲਾ ਦਿਓ। ਮਾਇਆ ਦਾ ਹੁਕਮ ਵਰਤਿਆ ਤੇ ਮਾਇਆ ਜਿਹੜੀ ਹੈ ਦੁੱਧ ਦੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੋ ਗਈ। ਫਿਰ ਇਹੋ ਜਿਹੀ ਤ੍ਰਿਸ਼ਨਾ ਜਾਗੀ ਹੈ, ਸਾਰੀ ਉਮਰ ਪਦਾਰਥਾਂ ਨੂੰ ਇਕੱਠਾ ਕਰਦਿਆਂ ਲੰਘ ਗਈ, ਪਰ ਤ੍ਰਿਸ਼ਨਾ ਪੂਰੀ ਨਹੀਂ ਹੋਈ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਕਰੋੜਾਂ ਵਿੱਚੋਂ ਕੋਈ ਵਿਰਲਾ ਇੱਕ ਹੋਵੇਗਾ ਜਿਹਦੀ ਤ੍ਰਿਸ਼ਨਾ ਖਤਮ ਹੋ ਗਈ ਹੈ, ਜਿਹਨੇ ਆਖਿਆ ਬਸ ਹੋਰ ਕੁਝ ਨਹੀਂ ਚਾਹੀਦਾ। ਨਹੀਂ ਤੇ ਮਹਾਰਾਜ ਕਹਿੰਦੇ ਤ੍ਰਿਸ਼ਨਾ ਵੱਧਦੀ ਹੈ, ਮੁੱਕਦੀ ਨਹੀਂ ਹੈ। ਸਤਿਗੁਰੂ ਕਹਿਣ ਲੱਗੇ, ਜਨਮ ਤੋਂ ਪਹਿਲਾਂ ਤੇਰੇ ਕੋਲ ਪਰਮਾਤਮਾ ਦਾ ਨਾਮ ਸੀ, ਜਿਸ ਨਾਮ ਨੇ ਤੈਨੂੰ ਜਠਰਾ ਅਗਨੀ ਵਿੱਚ ਬਚਾ ਕੇ ਰੱਖਿਆ। ਜੈਸੀ ਅਗਨ ਉਦਰ ਮੈਂ, ਉਦਰ ਪੇਟ ਦੇ ਵਿੱਚ ਜਿਹੜੀ ਜਠਰਾ ਅਗਨੀ ਹੈ ਉਹਦੇ ਤੋਂ ਬਚਾ ਕੇ ਕਿਹਨੇ ਰੱਖਿਆ ਹੈ? ਪਰਮਾਤਮਾ ਦੇ ਨਾਮ ਨੇ। ਪਰ ਉਹ ਨਾਮ ਉਸ ਵੇਲੇ ਤੇ ਨਾਲ ਸੀ, ਪਰ ਜਦੋਂ ਦੁਨੀਆ ਤੇ ਆਏ ਉਹ ਨਾਮ ਸਾਡੇ ਕੋਲੋਂ ਗਵਾਚ ਗਿਆ, ਪਤਾ ਹੀ ਨਹੀਂ ਲੱਗਾ ਕਦੋਂ ਛੱਡ ਬੈਠੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਦੋਂ ਦੁਨੀਆ ਵਿੱਚ ਆ ਕੇ ਸਮਝਦਾਰ ਹੋਏ ਨਾ, ਥੋੜੀ ਜੀ ਸਮਝ ਆਈ ਆਪਣੀ, ਆਪਣੇ ਸਰੀਰ ਦੀ, ਆਪਣੀ ਅਕਲ ਦੀ, ਫਿਰ ਪਤਾ ਲੱਗਾ ਵੀ ਮੈਂ ਕੁਝ ਨਾਲ ਲੈ ਕੇ ਚੱਲਿਆ ਸੀ ਪਰ ਲਿਆ ਨਹੀਂ ਸਕਿਆ, ਕੁਝ ਮੇਰਾ ਰਸਤੇ ਵਿੱਚ ਰਹਿ ਗਿਆ, ਕੁਝ ਮੇਰੇ ਤੋਂ ਗਵਾਚ ਗਿਆ। ਤੇ ਫਿਰ ਖੋਜਤ ਖੋਜਤ ਖੋਜ ਵਿਚਾਰਿਓ, ਖੋਜ ਤੋਂ ਭਾਵ ਲੱਭਣ ਵਾਲਾ ਹੋ ਕੇ ਫਿਰ ਲੱਭਣ ਲੱਗ ਪਿਆ ਵੀ ਗਵਾਚਾ ਕੀ ਹੈ। ਤੇ ਲੱਭਦਿਆਂ ਲੱਭਦਿਆਂ ਫਿਰ ਖੋਜ ਵਿਚਾਰਿਓ, ਫਿਰ ਰਸਤਾ ਵਿਚਾਰਿਆ, ਫਿਰ ਸਮਝ ਆਈ ਵੀ ਨਾਮ ਸੀ ਮੇਰੇ ਕੋਲੋਂ, ਮੈਂ ਗਵਾ ਬੈਠਾ। ਉਸ ਨਾਮ ਨੂੰ ਫਿਰ ਲੱਭਿਆ ਤੇ ਉਸ ਦੀ ਪ੍ਰਾਪਤੀ ਕੀਤੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਭਾਈ ਰਾਮ ਨਾਮ ਤਤ ਸਾਰਾ। ਜਿਹੜਾ ਰਾਮ ਦਾ ਨਾਮ ਹੈ ਨਾ, ਇਹ ਤਤ ਸਾਰਾ ਕਹੀਏ ਵੇਦਾਂ ਦਾ ਸਿਧਾਂਤ ਹੈ, ਨਿਚੋੜ ਹੈ। ਜਿਸ ਵੇਦ ਨੂੰ ਵੇਖਣ ਦਾ ਵੀ ਤੈਨੂੰ ਅਧਿਕਾਰ ਨਹੀਂ ਹੈ। ਬ੍ਰਾਹਮਣਾਂ ਨੇ ਇੱਕ ਕਾਨੂੰਨ ਬਣਾ ਲਿਆ ਕਿ ਵੇਦ ਦੇ ਦਰਸ਼ਨ ਜਿਹੜੇ ਨੇ ਕੇਵਲ ਬ੍ਰਾਹਮਣ ਕਰ ਸਕਦਾ ਹੈ। ਉਹਦੇ ਵਿੱਚ ਲਿਖਿਆ ਕੀ ਹੈ? ਉਹ ਕੇਵਲ ਬ੍ਰਾਹਮਣ ਪੜ੍ਹ ਸਕਦਾ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਵੇਦ ਵਿੱਚ ਲਿਖਿਆ ਨਾਮ, ਵੇਦਾਂ ਦਾ ਨਿਚੋੜ ਹੈ ਨਾਮ। ਅਸੀਂ ਇੱਥੇ ਬਚਨ ਕਰ ਦਿੱਤਾ, ਰਾਮ ਨਾਮ ਤਤ ਸਾਰਾ। ਪਰਮਾਤਮਾ ਦਾ ਜੋ ਰਾਮ ਨਾਮ ਹੈ
ਉਹ ਵੇਦਾਂ ਦਾ ਸਿਧਾਂਤ ਹੈ, ਨਿਚੋੜ ਹੈ। ਤੇਰੇ ਕੋਲੋਂ ਬੰਦਿਆ ਰਾਮ ਦਾ ਨਾਮ ਗਵਾਚਿਆ ਸੀ। ਸੰਸਾਰ ਵਿੱਚ ਆ ਕੇ ਜਨਮ ਲੈਂਦਿਆਂ ਵੇਦ ਵੀ ਇਹ ਗੱਲ ਕਹਿੰਦੇ ਨੇ, ਸਾਧੂ ਵੀ ਇਹ ਗੱਲ ਕਹਿੰਦੇ ਨੇ, ਉਸ ਰਾਮ ਦੇ ਨਾਮ ਦੇ ਰਸਤੇ ਦੀ ਵਿਚਾਰ ਕਰ, ਉਹ ਰਸਤੇ ਨੂੰ ਲੱਭ ਤਾਂ ਕਿ ਤੈਨੂੰ ਉਹ ਨਾਮ ਪ੍ਰਾਪਤ ਹੋਵੇ। ਫਿਰ ਬਖਸ਼ਿਸ਼ ਕਰਦੇ ਹਨ। ਖੋਜਤ ਖੋਜਤ ਖੋਜ ਵਿਚਾਰਿਓ। ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਇਹ ਨਾਮ ਲੱਭਦਾ ਕਿੱਥੋਂ ਹੈ? ਹੁਣ ਗਵਾਚ ਤੇ ਗਿਆ, ਪਰ ਲੱਭੇਗਾ ਕਿਵੇਂ? ਕਿਰਪਾ ਕਰਕੇ ਆਪ ਜੀ ਦੱਸੋ। ਤੇ ਸਤਿਗੁਰੂ ਰਸਤਾ ਦੱਸਦੇ ਕਹਿਣ ਲੱਗੇ, ਖੋਜਤ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਖੋਜਿਆ ਹੈ। ਕੌਣ ਨੇ? ਸਾਧੂ ਮਹਾਤਮਾ, ਗੁਰਮੁਖ, ਨਾਮ ਰਸੀਏ, ਬ੍ਰਹਮ ਗਿਆਨੀ, ਜਿਨ੍ਹਾਂ ਨੇ ਨਾਮ ਲੱਭਿਆ ਹੈ। ਖੋਜਤ ਨਾਮ ਲੱਭਣ ਵਾਲੇ। ਤੇ ਫਿਰ ਅੱਗੇ ਆ ਗਿਆ ਬਚਨ ਖੋਜਤ, ਉਹਨਾਂ ਦੁਆਰੇ ਮੈਂ ਵੀ ਜਾ ਕੇ ਖੋਜਿਆ। ਉਹਨਾਂ ਨੂੰ ਆਖਿਆ ਵੀ ਮੇਰੀ ਮਦਦ ਕਰੋ, ਜਿਵੇਂ ਤੁਸੀਂ ਰਾਮ ਦਾ ਨਾਮ ਲੱਭਿਆ, ਜਿਵੇਂ ਤੁਸੀਂ ਜਪਦੇ ਪਏ ਹੋ, ਜਿਵੇਂ ਤੁਹਾਨੂੰ ਪ੍ਰਾਪਤੀ ਹੋਈ ਹੈ, ਮੇਰੇ 'ਤੇ ਵੀ ਕਿਰਪਾ ਕਰਕੇ ਉਹ ਨਾਮ ਮੈਨੂੰ ਲਭਾ ਦਿਓ, ਮੈਂ ਵੀ ਉਸ ਨੂੰ ਜਪ ਲਵਾਂ। ਫਿਰ ਉਹਨਾਂ ਮਹਾਤਮਾ ਗੁਰਮੁਖਾਂ ਦੀ ਕਿਰਪਾ ਨਾਲ ਖੋਜ ਵਿਚਾਰਿਓ। ਫਿਰ ਮੈਂ ਵਿਚਾਰ ਕੇ ਖੋਜਿਆ ਤੇ ਤਾਂ ਨਾਮ ਲੱਭਿਆ। ਨਾਮ ਮਿਲਦਾ ਕਿੱਥੋਂ ਹੈ? ਨਾਮ ਮਿਲਦਾ ਸਾਧੂ ਦੀ ਸ਼ਰਨ ਵਿੱਚੋਂ, ਨਾਮ ਮਿਲਦਾ ਮਹਾਤਮਾ ਦੇ ਕੋਲੋਂ। ਮਹਾਰਾਜ ਕਹਿਣ ਲੱਗੇ, ਉਹਨਾਂ ਮਹਾਤਮਾ ਕੋਲ ਜਾ ਕੇ ਬੇਨਤੀ ਕੀਤੀ, ਜਿਵੇਂ ਤੁਹਾਨੂੰ ਨਾਮ ਲੱਭਾ, ਕਿਰਪਾ ਕਰੋ ਸਾਨੂੰ ਲੱਭ ਜਾਵੇ, ਐਸੀ ਕਿਰਪਾ ਕਰ ਦਿਓ। ਫਿਰ ਉਹਨਾਂ ਨੇ ਸਾਡੇ 'ਤੇ ਕਿਰਪਾ ਕੀਤੀ, ਉਸ ਨਾਮ ਨੂੰ ਸਾਨੂੰ ਵੀ ਲਭਾ ਦਿੱਤਾ ਹੈ, ਸਾਨੂੰ ਵੀ ਮਿਲ ਗਿਆ ਹੈ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਇਹ ਸਾਨੂੰ ਹੁਣ ਸੋਝੀ ਮਿਲ ਗਈ, ਗਿਆਨ ਆ ਗਿਆ ਵੀ ਰਾਮ ਦਾ ਨਾਮ ਹੀ ਹੈ, ਜਿਹੜਾ ਜਨਮ ਵੇਲੇ ਅਸੀਂ ਭੁੱਲ ਗਏ ਸੀ, ਪਰ ਮਹਾਤਮਾ ਨੇ ਸਾਨੂੰ ਯਾਦ ਕਰਵਾ ਕੇ ਦਿੱਤਾ ਹੈ। ਪਰ ਜਦੋਂ ਦੁਨੀਆ ਤੋਂ ਛੱਡ ਕੇ ਦੁਨੀਆ ਨੂੰ ਜਾਵਾਂਗੇ, ਉਦੋਂ ਬਾਕੀ ਦੇ ਪਦਾਰਥ ਇੱਥੇ ਰਹਿ ਜਾਣਗੇ, ਪਰ ਜਪਿਆ ਹੋਇਆ ਨਾਮ ਮੇਰੇ ਨਾਲ ਜਾਵੇਗਾ। ਇਹ ਵਿਚਾਰ, ਇਹ ਸਮਝ, ਇਹ ਮੈਨੂੰ ਗਿਆਨ ਪ੍ਰਾਪਤ ਹੋਇਆ। ਸੰਗਤ ਵਿੱਚੋਂ ਆ ਕੇ ਐਸੀਆਂ ਦਾਤਾਂ ਮਿਲੀਆਂ ਹਨ। ਕਿਲਬਿਖ ਕਾਟੇ ਨਿਮਕ ਰਾਧਿਆ, ਗੁਰਮੁਖ ਪਾਰ ਉਤਾਰਾ। ਕਹਿੰਦੇ ਮੁਖੀ ਗੁਰਾਂ ਦੁਆਰਾ ਜਦੋਂ ਗੁਰੂ ਧਾਰਨ ਕੀਤਾ, ਮੁਖੀ ਗੁਰੂ ਦੇ ਕੋਲੋਂ ਆ ਕੇ ਜਦੋਂ ਉਪਦੇਸ਼ ਲਿਆ, ਕਿਉਂਕਿ ਦੁਨੀਆ ਵਿੱਚ ਪਖੰਡੀ ਗੁਰੂ ਤੇ ਬੜੇ ਨੇ, ਪਰ ਮੁਖੀ ਗੁਰੂ ਉਹਨੂੰ ਕਿਹਾ ਜਾਂਦਾ ਹੈ ਜਿਸ ਨੂੰ ਪ੍ਰਾਪਤੀ ਹੋਈ ਹੈ। ਜਦੋਂ ਐਸੇ ਗੁਰੂ ਦੇ ਕੋਲ ਆ ਕੇ ਤਰਲਾ ਕੀਤਾ ਤੇ ਗੁਰੂ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਮਹਾਰਾਜ ਕਹਿਣ ਲੱਗੇ, ਉਸ ਨਾਮ ਨੂੰ ਜਦੋਂ ਇੱਕ ਨਿਮਖ ਸਮੇਂ ਜਿੰਨਾ ਆਰਾਧਿਆ, ਲੰਮੇ ਸਮੇਂ ਦੀ ਬਾਤ ਨਹੀਂ, ਇੱਕ ਨਿਮਖ ਸਮਾਂ, ਕਹਿਣ ਲੱਗੇ ਜਦੋਂ ਉਸ ਪ੍ਰਮਾਤਮਾ ਦੇ ਨਾਮ ਨੂੰ ਆਰਾਧਿਆ ਤੇ ਮਹਾਰਾਜ ਫਰਮਾਉਂਦੇ ਨੇ, ਕਹਿਣ ਲੱਗੇ, ਕਿਲਬਿਖ ਕਾਟੇ, ਰਾਮ ਦਾ ਨਾਮ ਵੱਡੇ ਵੱਡੇ ਬੱਜਰ ਪਾਪਾਂ ਨੂੰ ਕੱਟ ਦਿੰਦਾ ਹੈ। ਜਿਹੜੇ ਬੱਜਰ ਗੁਨਾਹ ਕੀਤੇ ਨੇ ਨਾ, ਬੱਜਰ ਪਾਪ ਕੀਤੇ, ਉਹ ਸਾਰੇ ਜਿਹੜੇ ਗੁਨਾਹ ਨੇ ਉਹ ਨਾਮ ਜਪਣ ਕਰਕੇ ਕੱਟੇ ਜਾਂਦੇ। ਕਿਵੇਂ ਕੱਟੇ ਜਾਂਦੇ? ਜਿਵੇਂ ਲੱਕੜਾਂ ਦਾ ਬਹੁਤ ਵੱਡਾ ਢੇਰ ਲੱਗਾ ਹੋਇਆ, ਉਹਨਾਂ ਲੱਕੜਾਂ ਦਾ ਵਜਨ ਤੇ ਬੜਾ, ਇਕੱਲੇ ਬੰਦੇ ਕੋਲੋਂ ਚੁੱਕਿਆ ਨਹੀਂ ਜਾ ਸਕਦਾ, ਇੰਨਾ ਵਜਨਦਾਰ ਲੱਕੜਾਂ ਦਾ ਢੇਰ ਲੱਗਿਆ ਹੋਇਆ। ਪਰ ਇੰਨੀਆਂ ਲੱਕੜਾਂ ਦੇ ਵਿੱਚ ਜੇ ਇੱਕ ਚੰਗਿਆੜੀ ਕਿਤੇ ਅੱਗ ਦੀ ਰੱਖ ਦਈਏ, ਉਹ ਜਿਹੜੀਆਂ ਮਣਾ ਮੂੰਹੀ ਭਾਰੀ ਲੱਕੜਾਂ ਨੇ, ਕੇਵਲ ਇੱਕ ਸੁਆਹ ਦੀ ਮੁੱਠ ਬਣ ਕੇ ਰਹਿ ਜਾਂਦੀਆਂ। ਜਿਵੇਂ ਇੱਕ ਅੱਗ ਦੀ ਚੰਗਿਆੜੀ ਲੱਕੜਾਂ ਦੇ ਢੇਰ ਨੂੰ ਸੁਆਹ ਕਰਨ ਦੀ ਸਮਰੱਥਾ ਰੱਖਦੀ ਹੈ, ਕਹਿਣ ਲੱਗੇ ਇਸੇ ਤਰ੍ਹਾਂ ਭਾਈ ਪਿਆਰਿਆ, ਪਰਮਾਤਮਾ ਦਾ ਨਾਮ ਕਰੋੜਾਂ ਪਾਪਾਂ ਨੂੰ, ਜਿਹੜੇ ਬੜੇ ਭਾਰੀ ਪਾਪ ਨੇ ਤੈਨੂੰ ਸੰਸਾਰ ਵਿੱਚ ਡੋਬ ਦੇਣਗੇ, ਉਹਨਾਂ ਪਾਪਾਂ ਨੂੰ ਪਰਮਾਤਮਾ ਦਾ ਨਾਮ ਸਾੜ ਕੇ ਸੁਆਹ ਕਰ ਦਿੰਦਾ। ਤੇ ਸਾਡੇ ਸਾਹਮਣੇ ਇਤਿਹਾਸ ਆ ਜਾਂਦਾ ਹੈ। ਅਸੀਂ ਤੇ ਲੋਕ ਇਹ ਗੱਲ ਕਹਿੰਦੇ ਵੀ ਮੈਂ ਸਵਰਗਾਂ ਨੂੰ ਜਾਣਾ ਜਾਂ ਫਲਾਣਾ ਸਵਰਗਵਾਸੀ ਹੋ ਗਿਆ। ਪਾਤਸ਼ਾਹ ਕਹਿਣ ਲੱਗੇ, ਸਵਰਗਾਂ ਦਾ ਰਾਜਾ ਇੰਦਰ ਇਹੋ ਜਿਹਾ ਪਾਪ ਕਰ ਬੈਠਾ ਵੀ ਲੁਕਣਾ ਪੈ ਗਿਆ, ਆਪਣੇ ਸਾਥੀਆਂ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਿ ਗਿਆ। ਪਰ ਉਸ ਵੇਲੇ ਕਹਿਣ ਲੱਗੇ, ਗੁਰੂ ਬ੍ਰਹਸਪਤ ਨੇ ਆ ਕੇ ਉਸ ਨੂੰ ਨਾਮ ਜਪਾਇਆ, ਕਹਿਣ ਲੱਗੇ ਇੰਦਰ ਨਾਮ ਜਪ। ਨਾਮ ਜਪਿਆ, ਕਹਿਣ ਲੱਗੇ ਆਪਣੇ ਪਾਪ ਤੋਂ ਉਹ ਮੁਕਤ ਹੋ ਗਿਆ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਕਿਲਬਿਖ ਕਾਟੇ ਨਿਮਖ ਆਰਾਧਿਆ, ਜਿਨ੍ਹਾਂ ਨੇ ਮਨ ਟਿਕਾ ਕੇ ਇੱਕ ਨਿਮਖ ਵੀ ਪ੍ਰਮਾਤਮਾ ਦੇ ਨਾਮ ਨੂੰ ਆਰਾਧਿਆ, ਯਾਦ ਕੀਤਾ, ਉਹਨਾਂ ਦੇ ਬੱਜਰ ਪਾਪ ਕੱਟੇ ਜਾਂਦੇ। ਗੁਰਮੁਖ ਪਾਰ ਉਤਾਰਾ, ਜਿਹੜੇ ਗੁਰਮੁਖ ਨੇ ਉਹਨਾਂ ਨੇ ਗੁਰਾਂ ਦੇ ਕੋਲੋਂ ਉਪਦੇਸ਼ ਲੈ ਕੇ ਇਸ ਸੰਸਾਰ ਤੋਂ ਆਪਣਾ ਪਾਰ ਉਤਾਰਾ ਕੀਤਾ ਹੈ। ਹਰ ਰਸ ਪੀਵੋ
ਗੁਰਮੁਖ ਗਿਆਨੀ। ਇਸ ਕਰਕੇ हे ਪੁਰਖ ਗਿਆਨੀ, हे ਭਾਈ ਗਿਆਨੀ ਪੁਰਖੋ, ਰਾਮ ਦੇ ਰਸ ਨੂੰ ਪੀਣਾ ਕਰੋ। ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ ਨਾ, ਸਵਾਦ ਆ ਗਿਆ ਗੁਰਮੁਖੋ, ਉਹਨਾਂ ਨੂੰ ਦੁਨੀਆ ਦੇ ਰਸ ਭੁੱਲ ਜਾਂਦੇ ਨੇ ਜਿਨ੍ਹਾਂ ਨੇ ਨਾਮ ਜਪਿਆ। ਪਾਤਸ਼ਾਹ ਕਹਿਣ ਲੱਗੇ ਹੈ ਪੁਰਖ ਗਿਆਨੀ, ਹੈ ਗਿਆਨਵਾਨ ਆਦਮੀ, ਰਾਮ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰਨਾ ਕਰੋ। ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਣੀ। ਸਾਧੂ ਨੇ ਗੁਰਮੁਖ, ਉਹਨਾਂ ਦੀ ਬਾਣੀ ਅੰਮ੍ਰਿਤ ਹੈ। ਉਸ ਬਾਣੀ ਨੂੰ ਸੁਣ ਕੇ ਇਹ ਮਨ ਤ੍ਰਿਪਤ ਹੋ ਜਾਂਦਾ, ਸੁਣ ਸੁਣ ਕੇ ਇਹ ਮਨ ਰੱਜ ਜਾਂਦਾ ਹੈ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਉਸ ਪਿਆਰੇ ਪ੍ਰੀਤਮ ਦਾ ਨਾਮ ਸੁਣ ਕੇ ਇਹ ਜਿਹੜੇ ਗੁਰਮੁਖ ਅਵਸਥਾ ਵਾਲੇ ਨੇ ਉਹਨਾਂ ਦਾ ਮਨ ਰੱਜ ਜਾਂਦਾ ਹੈ। ਰਾਉ ਮੁਕਤ ਭੁਗਤ ਜੁਗਤ ਸੱਚ ਪਾਈਐ, ਸਰਬ ਸੁਖਾਂ ਕਾ ਦਾਤਾ। ਬਖਸ਼ਿਸ਼ ਕਰਦੇ ਕਹਿਣ ਲੱਗੇ ਸੱਚ ਨਾਮ ਦੁਆਰਾ ਸੱਚ ਪਾਈ ਹੈ। ਜਿਨ੍ਹਾਂ ਨੂੰ ਸੱਚ ਨਾਮ ਮਿਲ ਗਿਆ ਉਹਨਾਂ ਨੇ ਮੁਕਤ ਤੋਂ ਭਾਵ ਮੁਕਤੀ ਪ੍ਰਾਪਤ ਕਰ ਲਈ। ਮੁਕਤ ਹੋ ਗਿਆ ਸੰਸਾਰ ਦੇ ਪਦਾਰਥਾਂ ਵੱਲੋਂ, ਮੁਕਤ ਹੋ ਗਏ ਜਨਮਾਂ ਦੇ ਵੱਲੋਂ ਜਿਨ੍ਹਾਂ ਨੂੰ ਸੱਚ ਨਾਮ ਮਿਲਿਆ। ਦੂਜਾ ਬਚਨ ਮਹਾਰਾਜ ਨੇ ਵਰਤਿਆ ਭੁਗਤ। ਭੁਗਤ ਕਹੀਏ ਦੁਨੀਆ ਦੇ ਪਦਾਰਥ, ਤਮਾਮ ਜਿਹੜੇ ਪਦਾਰਥ ਦੀ ਇੱਛਾ ਰੱਖੀ ਹੈ ਉਹ ਦੁਨੀਆ ਦੇ ਪਦਾਰਥਾਂ ਨੂੰ ਵੀ ਭੁਗਤ ਕਹੀਏ, ਭੋਗ ਲੈਂਦੇ, ਪ੍ਰਾਪਤ ਕਰ ਲੈਂਦੇ। ਤੇ ਤੀਜਾ ਬਚਨ ਮਹਾਰਾਜ ਨੇ ਵਰਤਿਆ ਜੁਗਤ। ਜੁਗਤ ਤੋਂ ਭਾਵ ਹੈ ਜੁਗਤੀ ਤਰੀਕਾ। ਉਹਨਾਂ ਕੋਲ ਤਰੀਕਾ ਵੀ ਆ ਗਿਆ ਵੀ ਮੁਕਤ ਕਿਵੇਂ ਹੋਣਾ ਹੈ, ਕਿਉਂਕਿ ਤਰੀਕੇ ਬਿਨਾ ਪ੍ਰਾਪਤੀ ਨਹੀਂ ਹੈ। ਅੱਜ ਆਪਾਂ ਦੁਨੀਆ ਵਿੱਚ ਵਿਚਰਦੇ ਹਾਂ, ਬੜੇ ਬੜੇ ਕੋਰਸ ਕਰਾਏ ਜਾਂਦੇ, ਡਿਗਰੀਆਂ ਕਰਵਾਈਆਂ ਜਾਂਦੀਆਂ। ਕਿਉਂ? ਇੱਕ ਜੁਗਤੀ ਦੱਸੀ ਜਾਂਦੀ ਹੈ, ਇੱਕ ਤਰੀਕਾ ਦੱਸਿਆ ਜਾਂਦਾ ਕਿਹੜਾ ਕੰਮ ਕਿਸ ਤਰ੍ਹਾਂ ਕਰਨਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਮੁਕਤੀ ਦਾ ਵੀ ਇੱਕ ਤਰੀਕਾ ਹੈ। ਜਦੋਂ ਰਾਮ ਦੇ ਨਾਮ ਨੂੰ ਜਪੇਗਾ ਉਦੋਂ ਜੁਗਤ ਕਹੀਏ ਤੈਨੂੰ ਜੁਗਤੀ ਤਰੀਕਾ ਲੱਭੇਗਾ ਵੀ ਰੱਬ ਦੇ ਨਾਮ ਨੂੰ ਜਪਣਾ ਕਿਵੇਂ ਹੈ। ਸੋ ਇਸੇ ਤਰ੍ਹਾਂ ਜੁਗਤ ਕਹੀਏ ਜੁੜਨਾ ਵੀ ਤੈਨੂੰ ਆ ਜਾਵੇਗਾ, ਭੁਗਤ ਪਦਾਰਥ ਵੀ ਮਿਲ ਜਾਣਗੇ ਤੇ ਮੁਕਤੀ ਵੀ ਮਿਲ ਜਾਏਗੀ। ਸੱਚ ਪਾਈਐ, ਇਹ ਸਭ ਕੁਝ ਸੱਚੇ ਨਾਮ ਵਿੱਚੋਂ ਪ੍ਰਾਪਤ ਹੁੰਦਾ ਹੈ। ਸਰਬ ਸੁਖਾਂ ਕਾ ਦਾਤਾ, ਪਰਮੇਸ਼ਰ ਦਾ ਨਾਮ ਜਾਂ ਗੁਰੂ ਦੀ ਬਖਸ਼ ਜਿਹੜੀ ਹੈ ਉਹ ਸਾਰਿਆਂ ਸੁੱਖਾਂ ਦੀ ਦਾਤੀ ਹੈ, ਸਾਰੇ ਸੁੱਖਾਂ ਨੂੰ ਦੇਣ ਵਾਲੀ ਹੈ। ਆਪਣੇ ਦਾਸ ਕੋ ਭਗਤ ਦਾਨ ਦੇਵੈ, ਪੂਰਨ ਪੁਰਖ ਬਿਰਾਤਾ। ਪਾਤਸ਼ਾਹ ਜੀ ਜਿਹੜੇ ਪੂਰਨ ਪੁਰਖ ਹਨ, ਫਲ ਵਰਦਾਤੇ ਹਨ, ਆਪਣੇ ਦਾਸਾਂ ਨੂੰ ਭਗਤਾਂ ਨੂੰ ਮਹਾਰਾਜ ਦੀ ਰਹਿਮਤ ਕਰਕੇ ਸਤਿਗੁਰੂ ਫਰਮਾਉਂਦੇ ਨੇ ਸਾਰੇ ਦਾਨ ਬਖਸ਼ਿਸ਼ ਕਰਨ ਵਾਲੇ ਹਨ। ਸਰਵਣੀ ਸੁਣੀਏ ਰਸਨਾ ਗਾਈਏ, ਹਿਰਦੈ ਧਿਆਈਏ ਸੋਈ। ਪਰਮਾਤਮਾ ਨੂੰ ਆਪਣੇ ਕੰਨਾਂ ਦੁਆਰਾ ਸੁਣਾ ਕਰ, ਕੰਨਾਂ ਦੇ ਵਿੱਚ ਉਹਦੇ ਨਾਮ ਨੂੰ ਸੁਣਿਆ ਕਰ। ਇਹਨਾਂ ਕੰਨਾਂ ਦੇ ਵਿੱਚ ਨਿੰਦਿਆ ਤੇ ਚੁਗਲੀ ਵਰਗੇ ਬਚਨ ਨੂੰ ਨਾ ਸੁਣ। ਇਹ ਸਰਵਨੋ ਮੇਰਿਓ ਸੱਚੈ ਸੁਣਨਾ ਨੋ ਪਠਾਏ। ਇਹਨਾਂ ਕੰਨਾਂ ਵਿੱਚ ਉਹਦੇ ਨਾਮ ਨੂੰ ਸਰਵਨ ਕਰ। ਸ਼ਰਵਣੀ ਸੁਣੀਏ, ਕੰਨਾਂ ਦੁਆਰਾ ਸੁਣਾ ਕਰ। ਅਤੇ ਇਸੇ ਤਰ੍ਹਾਂ ਰਸਨਾ ਗਾਈਏ, ਆਪਣੀ ਜ਼ੁਬਾਨ ਦੇ ਨਾਲ ਉਹਦੇ ਨਾਮ ਨੂੰ ਜਪਿਆ ਕਰ, ਗਾਇਆ ਕਰ, ਬੋਲਿਆ ਕਰ ਉਹਦੇ ਨਾਮ ਨੂੰ। ਹਿਰਦੈ ਧਿਆਈਐ ਸੋਈ, ਤੇ ਹਿਰਦੇ ਵਿੱਚ ਵੀ ਉਹਦੇ ਨਾਮ ਨੂੰ ਉਹਦਾ ਧਿਆਨ ਧਾਰਿਆ ਕਰ। ਹਿਰਦੇ ਵਿੱਚ ਇਸ ਤਰ੍ਹਾਂ ਦੀ ਅਵਸਥਾ ਨੂੰ ਬਣਾਉਣਾ ਕਰ। ਕਰਨ ਕਾਰਨ ਸਮਰੱਥ ਸੁਆਮੀ, ਜਾਂ ਤੇ ਬਿਰਥਾ ਨਾ ਕੋਈ। ਪਰਮਾਤਮਾ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ, ਸਾਰੇ ਕਾਰਨਾਂ ਨੂੰ ਕਰਨ ਦੀ ਸਮਰੱਥਾ ਰੱਖਦਾ ਹੈ। ਦੁਨੀਆ ਵਿੱਚ ਜਿਹੜਾ ਵਿਅਕਤੀ ਕੰਮ ਨਹੀਂ ਕਰ ਸਕਦਾ ਉਹ ਦੁਨੀਆ ਦਾ ਮੋਹਤਬਾਰ ਬੰਦਾ ਕਰ ਦਿੰਦਾ ਹੈ, ਪਿੰਡ ਦਾ ਇਲਾਕੇ ਦਾ ਮੋਹਤਬਾਰ ਕਰਦਾ। ਜਿਹੜਾ ਮੋਹਤਬਾਰ ਨਹੀਂ ਕਰ ਸਕਦਾ ਉਹ ਕੋਈ ਜਿਹੜਾ ਇਲਾਕੇ ਦਾ ਮੰਤਰੀ ਹੈ, ਕੋਈ ਰਾਜਾ ਹੈ, ਉਹ ਕਰ ਸਕਦਾ ਹੈ। ਜਿਹੜਾ ਨਿੱਕੇ ਰਾਜੇ ਕੋਲੋਂ ਨਹੀਂ ਹੁੰਦਾ ਉਹ ਵੱਡੇ ਰਾਜੇ ਦੀ ਪਹੁੰਚ ਵਿੱਚ ਆ ਜਾਂਦਾ, ਵੱਡਾ ਰਾਜਾ ਉਸ ਕੰਮ ਨੂੰ ਕਰ ਸਕਦਾ ਹੈ। ਪਰ ਕੁਝ ਕੰਮ ਇਹੋ ਜਿਹੇ ਨੇ ਜਿਹੜੇ ਰਾਜਿਆਂ ਦੇ ਹੱਥ ਵਿੱਚ ਵੀ ਨਹੀਂ। ਉਹ ਕਿਹੜੇ ਕੰਮ ਨੇ? ਕਿਸੇ ਨੂੰ ਜਨਮ ਦਿਵਾਉਣਾ, ਕਿਸੇ ਨੂੰ ਮੌਤ ਦੇਣੀ। ਪਾਤਸ਼ਾਹ ਕਹਿਣ ਲੱਗੇ ਇਹ ਬੰਦੇ ਦੇ ਹੱਥ ਵਿੱਚ ਨਹੀਂ ਹੈ, ਪਰਮਾਤਮਾ ਦੇ ਹੱਥ ਵਿੱਚ ਹੈ। ਪਰ ਪਰਮਾਤਮਾ ਇਹੋ ਜਿਹਾ ਹੈ, ਸਤਿਗੁਰੂ ਮਹਾਰਾਜ ਕਹਿਣ ਲੱਗੇ ਕਰਨ ਕਰਾਵਨ ਸਮਰੱਥ। ਉਹ ਸਮਰੱਥ ਹੈ, ਜਦੋਂ ਚਾਹਵੇ ਜਿਹਨੂੰ ਜਨਮ ਦੇ ਸਕਦਾ ਹੈ, ਜਿਹਨੂੰ ਚਾਹਵੇ ਉਹ ਮੌਤ ਦੇ ਸਕਦਾ ਹੈ। ਜਿੱਥੇ ਬੰਦੇ ਦੀ ਪਹੁੰਚ, ਰਾਜਿਆਂ ਦੀ ਪਹੁੰਚ ਖਤਮ ਹੋ ਜਾਂਦੀ ਹੈ, ਪਰਮਾਤਮਾ ਉੱਥੇ ਵੀ ਸਮਰੱਥ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾ ਹੈ।
ਜਿੱਥੇ ਕੋਈ ਨਹੀਂ ਉਥੇ ਪ੍ਰਮਾਤਮਾ ਸਮਰੱਥ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਾਤੇ ਬਿਰਥਾ ਨਾ ਕੋਈ, ਉਹਦੇ ਦਰ ਤੇ ਆਇਆ ਹੋਇਆ ਬਿਰਥਾ ਕਹੀਏ ਖਾਲੀ ਕੋਈ ਨਹੀਂ ਜਾਂਦਾ। ਜਿਹੜਾ ਵੀ ਆਉਂਦਾ ਉਹਦੀ ਝੋਲੀ ਭਰ ਜਾਂਦੀ ਹੈ। ਪਰਮਾਤਮਾ ਦੇ ਦਰ ਤੋਂ ਕੋਈ ਖਾਲੀ ਨਹੀਂ ਨਿਕਲਦਾ ਹੈ। ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ। ਭਾਗਾਂ ਨਾਲ ਇਹ ਰਤਨ ਵਰਗਾ ਅਮੋਲਕ ਜਨਮ ਜਿਹੜਾ ਹੈ ਇਹ ਪ੍ਰਾਪਤ ਹੋਇਆ। ਇਸ ਕਰਕੇ ਬੇਨਤੀ ਕਰ, ਐ ਕਿਰਪਾ ਕਰਨ ਵਾਲੇ ਕਿਰਪਾਲੂ ਪਰਮਾਤਮਾ ਮਿਹਰ ਕਰ, ਰਹਿਮਤ ਕਰ। ਜਿੱਥੇ ਤੇਰੀ ਰਹਿਮਤ ਨਾਲ ਸਾਨੂੰ ਇਹ ਮਨੁੱਖਾ ਜਨਮ ਰੂਪੀ ਰਤਨ ਮਿਲਿਆ, ਉਥੇ ਇਸ ਰਤਨ ਨੂੰ ਅਸੀਂ ਸਫਲ ਕਰ ਲਈਏ। ਨਾਮ ਜਪ ਕੇ ਇਹ ਦਾਤ ਦੇਣਾ ਕਰ। ਸਾਧ ਸੰਗ ਨਾਨਕ ਗੁਣ ਗਾਵਾ, ਸਿਮਰੈ ਸਦਾ ਗੋਪਾਲਾ। ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪੰਚਮ ਰੂਪ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ, ਕਹਿਣ ਲੱਗੇ ਸੰਗਤ ਇਹੋ ਜਿਹੀ ਹੈ, ਸਾਧ ਸੰਗਤ ਇਹੋ ਜਿਹੀ ਹੈ ਜਿੱਥੇ ਬੈਠ ਕੇ ਸਿਮਰੈ ਸਦਾ ਗੋਪਾਲਾ। ਸਦਾ ਹੀ ਗੋਪਾਲ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਜਾਂਦਾ ਹੈ। ਗੁਰਮੁਖ ਬੈਠ ਕੇ ਉਹਦੇ ਨਾਮ ਨੂੰ ਸਿਮਰਦੇ ਹਨ। ਸੋਰਠ ਮਹੱਲਾ ਪੰਜਵਾਂ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਇਹ ਸ਼ਬਦ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਸਪੁੱਤਰ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਜਿਨ੍ਹਾਂ ਦੇ ਉੱਪਰ ਸਰੀਰਕ ਕਸ਼ਟ ਆ ਗਿਆ। ਵਿਦਵਾਨਾਂ ਨੇ ਲਿਖਿਆ ਚੇਚਕ ਦੀ ਬਿਮਾਰੀ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਉਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਉੱਪਰ ਆ ਗਈ। ਤੇ ਕਹਿੰਦੇ ਨੇ ਵੀ ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਉੱਪਰ ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਉਹ ਚੇਚਕ ਦੇ ਦਾਣੇ ਨਹੀਂ ਸਨ, ਫਿਣਸੀਆਂ ਨਹੀਂ ਸਨ। ਸਾਰਾ ਸਰੀਰ ਛੋਟੀ ਅਵਸਥਾ ਵਿੱਚ ਮਹਾਰਾਜ ਜੀਆਂ ਦਾ ਬਚਪਨ ਦੇ ਵਿੱਚ ਇਸ ਬਿਮਾਰੀ ਨੇ ਗ੍ਰਸਿਆ। ਤੇ ਉਹ ਜਿਹੜੇ ਚੇਚਕ ਦੇ ਦਾਣੇ ਸਨ, ਫਿਣਸੀਆਂ ਸਨ, ਉਹ ਸਰੀਰ ਦੇ ਸਾਰੇ ਅੰਗਾਂ ਦੇ ਉੱਪਰ ਸਨ। ਭਾਵੇਂ ਉਹ ਪੈਰਾਂ ਦੀਆਂ ਤਲੀਆਂ, ਭਾਵੇਂ ਹੱਥਾਂ ਦੀਆਂ ਤਲੀਆਂ, ਭਾਵੇਂ ਸਰੀਰ ਦਾ ਕੋਈ ਅੰਗ ਹੈ। ਜਦੋਂ ਮਾਤਾ ਗੰਗਾ ਜੀਆਂ ਨੇ ਆਪਣੇ ਹੱਥਾਂ ਵਿੱਚ ਲੈਣਾ ਤੇ ਉਹ ਜਿਹੜੀਆਂ ਫਿਣਸੀਆਂ ਸਨ, ਦਾਣੇ ਸਨ, ਉਹ ਜਿਹੜੇ ਸਨ ਪਿਲ ਪਿਲ ਕਰਦੇ ਸਨ। ਤੇ ਮਹਾਰਾਜ ਜੀਆਂ ਦਾ ਮੁਖ ਲਾਲ ਹੋ ਗਿਆ। ਇਸ ਤਰ੍ਹਾਂ ਦੀ ਇਹ ਭਿਆਨਕ ਜਿਹੜਾ ਕਸ਼ਟ ਹੈ, ਦੁੱਖ ਹੈ, ਉਹ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਉੱਪਰ ਆਇਆ। ਸੋ ਰਹਿਮਤ ਹੋਈ ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅਰਦਾਸ ਕੀਤੀ, ਬੇਨਤੀ ਕੀਤੀ, ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਉਹ ਜਿਹੜਾ ਰੋਗ ਸੀਗਾ ਭਿਆਨਕ, ਉਹ ਦੂਰ ਹੋ ਗਿਆ ਤੇ ਸਤਿਗੁਰੂ ਤੰਦਰੁਸਤ ਹੋ ਗਏ। ਤੰਦਰੁਸਤ ਹੋਣ ਤੋਂ ਮਗਰੋਂ ਉਸ ਵੇਲੇ ਫਿਰ ਇਸ਼ਨਾਨ ਕਰਵਾਇਆ ਗਿਆ ਹਰਮੰਦਰ ਸਰੋਵਰ ਦੇ ਵਿੱਚ। ਅਤੇ ਇਸ਼ਨਾਨ ਕਰਾਉਣ ਤੋਂ ਮਗਰੋਂ ਮਹਾਰਾਜ ਇੱਥੇ ਇਸ਼ਨਾਨ ਦੀ ਮਹਿਮਾ ਵੀ ਦੱਸਦੇ ਤੇ ਸਾਡਾ ਪੁੱਤਰ ਅਰੋਗ ਹੋਇਆ, ਉਹ ਮਹਿਮਾ ਵੀ ਮਹਾਰਾਜ ਆਪਣੇ ਮੁਖ ਤੋਂ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਹਨ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ, ਜਿਸ ਵੇਲੇ ਅੰਮ੍ਰਿਤ ਸਰੋਵਰ ਦੇ ਵਿੱਚ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਕੇ ਫਿਰ ਉਸ ਵੇਲੇ ਅਰਾਧਿਆ ਕਿਹਨੂੰ? ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਯਾਦ ਕੀਤਾ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਯਾਦ ਕੀਤਾ। ਤੇ ਮਹਾਰਾਜ ਕਹਿਣ ਲੱਗੇ ਮਨ ਤਨ ਭਏ ਅਰੋਗਾ। ਜਿਹੜੇ ਇਹ ਰੋਗ ਲੱਗੇ ਸਨ ਚੇਚਕ ਤੇ ਆਦਿਕ ਬਿਮਾਰੀ ਦੇ, ਉਹ ਸਾਰੇ ਰੋਗ ਸਾਡੇ ਸਪੁੱਤਰ ਦੇ ਦੂਰ ਹੋ ਗਏ। ਸੋ ਉਹਨਾਂ ਰੋਗਾਂ ਦੇ ਕੋਲੋਂ ਨਿਜਾਤ ਮਿਲੀ ਹੈ, ਰਾਹਤ ਮਿਲੀ ਹੈ ਅਤੇ ਚੜ੍ਹਦੀ ਕਲਾ ਦੀ ਦਾਤ ਪ੍ਰਾਪਤ ਹੋਈ ਹੈ। ਗੁਰਮੁਖਾ, ਜਦੋਂ ਤੂੰ ਵੀ ਆ ਕੇ ਸ੍ਰੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇਂਗਾ, ਇਸ਼ਨਾਨ ਕਰਨ ਤੋਂ ਮਗਰੋਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੇਂਗਾ, ਮਨ ਤਨ ਭਏ ਅਰੋਗਾ। ਗੁਰੂ ਰਾਮਦਾਸ ਪਾਤਸ਼ਾਹ ਐਸੇ ਨੇ, ਤੇਰੇ ਤਨ ਦੇ ਰੋਗ ਵੀ ਦੂਰ ਹੋ ਜਾਣਗੇ। ਜਿਵੇਂ ਬੀਬੀ ਰਜਨੀ ਦੇ ਪਤੀ ਪਿੰਗਲੇ ਕੋੜੇ ਦੇ ਜਿਹੜੇ ਦੁੱਖ ਸਨ ਉਹ ਦੂਰ ਹੋ ਗਏ। ਅੱਜ ਵੀ ਜਿਹੜੇ ਕਈ ਬਿਪਤਾ ਦੇ ਮਾਰੇ, ਦੁੱਖ ਦੇ ਮਾਰੇ, ਜਿਨ੍ਹਾਂ ਨੂੰ ਡਾਕਟਰ ਲੋਕ ਨਾ ਕਰ ਦਿੰਦੇ ਵੀ ਇਲਾਜ ਕੋਈ ਨਹੀਂ ਹੈ, ਜਿਨ੍ਹਾਂ ਨੂੰ ਵੈਦ ਲੋਕ ਨਾ ਕਰ ਦਿੰਦੇ ਇਲਾਜ ਕੋਈ ਨਹੀਂ ਹੈ, ਅੱਜ ਵੀ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਉਹ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰ ਘਰ ਦੇ ਉੱਪਰ ਅੱਜ ਵੀ ਦੂਰ ਕੀਤੀਆਂ ਜਾਂਦੀਆਂ। ਮਹਾਰਾਜ ਕਹਿਣ ਲੱਗੇ ਕਰ ਇਸ਼ਨਾਨ। ਜਦੋਂ ਇਸ਼ਨਾਨ ਕਰਕੇ ਸਿਮਰੇਗਾ ਨਾ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਤੇ ਉਸ ਵੇਲੇ ਮਨ ਤਨ ਭਏ ਅਰੋਗਾ। ਇਸ਼ਨਾਨ ਕਰਨ ਦੇ ਨਾਲ ਤਨ ਵੀ ਰੋਗ ਤੋਂ ਰਹਿਤ ਹੋ ਜਾਂਦਾ ਹੈ। ਇਸ਼ਨਾਨ ਕਰਕੇ ਨਾਮ ਜਪ ਕੇ ਤੇ ਮਨ ਵੀ, ਜਿਸ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਰੋਗ ਲੱਗਾ ਹੋਇਆ ਹੈ, ਇਸ ਰੋਗ ਤੋਂ ਮਹਾਰਾਜ ਮੁਕਤ ਕਰ ਦਿੰਦੇ ਹਨ। ਕੋਟ ਬਿਗਨ ਲਾਥੇ ਪ੍ਰਭ ਸਰਣਾ,
ਪ੍ਰਗਟੇ ਭਲੇ ਸੰਜੋਗਾ। ਸ਼ਰਨ ਵਿੱਚ ਪੈਣ ਕਰਕੇ ਕਰੋੜਾਂ ਵਿਘਨ ਜਿਹੜੇ ਪੈਣ ਵਾਲੇ ਨੇ, ਕੋਟ ਵਿਘਨ ਲਾਥੇ ਪ੍ਰਭ ਸਰਨਾ। ਗੁਰੂ ਦੀ ਸ਼ਰਨ ਵਿੱਚ ਜਦੋਂ ਆ ਜਾਈਏ, ਕਰੋੜਾਂ ਪੈਣ ਵਾਲੇ ਵਿਘਨ, ਇੱਕ ਵਿਘਨ ਨਹੀਂ ਕਈ ਵਿਘਨ ਮਹਾਰਾਜ ਜੀ, ਰੁਕਾਵਟਾਂ ਜਿਹੜੀਆਂ ਕੰਮ ਵਿੱਚ ਪੈਣ ਵਾਲੀਆਂ, ਜੀਵਨ ਵਿੱਚ ਪੈਣ ਵਾਲੀਆਂ, ਉਹਨਾਂ ਰੁਕਾਵਟਾਂ ਨੂੰ ਪਾਤਸ਼ਾਹ ਜੀ ਦੂਰ ਕਰ ਦਿੰਦੇ। ਪ੍ਰਗਟੇ ਭਲੇ ਸੰਜੋਗਾ, ਇਹ ਚੰਗੇ ਸੰਜੋਗ ਜਿਹੜੇ ਨੇ ਆ ਕੇ ਪ੍ਰਗਟ ਹੋਏ ਨੇ, ਚੰਗਾ ਸਮਾਂ ਆ ਕੇ ਮਿਲਿਆ ਜਿਸ ਵੇਲੇ ਗੁਰੂ ਦੇ ਦਰ ਤੇ ਆ ਗਿਆ। ਸੋ ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਉਸ ਸਮੇਂ ਤੋਂ ਕੁਰਬਾਨ ਜਾਈਏ, ਸਦਕੇ ਜਾਈਏ, ਜਦੋਂ ਗੁਰੂ ਦੇ ਦਰ ਤੇ ਆ ਕੇ ਨਕਮਸਤਕ ਹੋਈਦਾ, ਉਹ ਸਮਾਂ ਬੜੇ ਭਾਗਾਂ ਵਾਲਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਦੋਂ ਪ੍ਰਗਟੇ ਭਲੇ ਸੰਜੋਗਾ, ਭਲੇ ਸੰਜੋਗ ਆ ਕੇ ਪ੍ਰਗਟ ਹੋਏ, ਉਸ ਵੇਲੇ ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ। ਹਾਂ, ਪ੍ਰਭਾਣੀ ਸ਼ਬਦ ਸੁਭਾਖਿਆ। ਬਾਣੀ, ਇਹ ਜਿਹੜੇ ਸਤਿਗੁਰੂ ਪਾਤਸ਼ਾਹ ਹਨ, ਉਹਨਾਂ ਦੀ ਜਿਹੜੀ ਸ਼ਬਦ ਬਾਣੀ ਹੈ, ਜਿਸ ਬਾਣੀ ਨੂੰ ਅਸੀਂ ਪੜ੍ਹਦੇ ਪਏ, ਇਹ ਸ਼ਬਦ ਬਾਣੀ ਹੈ ਨਾ, ਸ਼ਬਦ ਗੁਰੂ ਦੇ ਮੁਖ ਦਾ ਬਚਨ। ਇਸ ਬਾਣੀ ਨੂੰ ਸੋ ਭਾਖਿਆ, ਸੋ ਨਾਮ ਸ੍ਰੇਸ਼ਟ ਦਾ ਹੈ, ਤੇ ਭਾਖਿਆ ਕਹੀਏ ਜਿਨ੍ਹਾਂ ਨੇ ਉਚਾਰਿਆ ਹੈ, ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਬਾਣੀ ਸ਼ਬਦ ਨੂੰ ਉਚਾਰਿਆ ਹੈ, ਜਿਨ੍ਹਾਂ ਨੇ ਸ਼ਬਦ ਨੂੰ ਪੜ੍ਹਿਆ, ਜਿਹੜੇ ਗੁਰਮੁਖ ਨਿਤਨੇਮ ਕਰਕੇ ਆਏ ਨੇ, ਜਿਨ੍ਹਾਂ ਗੁਰਮੁਖਾਂ ਨੇ ਕੀਰਤਨ ਸਰਵਣ ਕੀਤਾ ਹੈ, ਜਿਹੜੇ ਕਥਾ ਸਰਵਣ ਕਰਦੇ ਪਏ, ਜਿਹੜੇ ਗੁਰੂ ਦੀ ਬਾਣੀ ਪੜ੍ਹਦੇ ਪਏ, ਐਸੀ ਜੋ ਸ੍ਰੇਸ਼ਟ ਬਾਣੀ ਹੈ। ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰਾ ਤੂੰ ਰਾਖਿਆ। ਇਸ ਬਾਣੀ ਨੂੰ ਗਾਵੋ, ਉੱਚੀ ਆਵਾਜ਼ ਦੇ ਵਿੱਚ ਗਾ ਕੇ ਦੂਜਿਆਂ ਨੂੰ ਸੁਣਾਉਣਾ ਕਰੋ। ਗਾਵੋ, ਸੁਣੋ, ਫਿਰ ਕੰਨਾਂ ਦੁਆਰਾ ਇਸ ਬਾਣੀ ਨੂੰ ਸੁਣਨਾ ਕਰੋ। ਪੜ੍ਹੋ, ਇਸ ਬਾਣੀ ਨੂੰ ਜ਼ੁਬਾਨ ਦੇ ਨਾਲ ਪੜ੍ਹਨਾ ਕਰੋ। ਕਦੋਂ ਪੜ੍ਹਨਾ ਕਰੀਏ? ਨਿਤ ਭਾਈ, ਨਿਤਾ ਪ੍ਰਤੀ ਰੋਜ਼। ਇਹ ਨਹੀਂ ਵੀ ਅੱਜ ਪਾਠ ਕਰ ਲਿਆ ਤੇ ਹੁਣ ਲੋੜ ਕੋਈ ਨਹੀਂ ਹੈ। ਇਸ ਬਾਣੀ ਦਾ ਪਾਠ ਰੋਜ਼ ਕਰ। ਕਿਵੇਂ ਕਰ? ਜਿਵੇਂ ਤੈਨੂੰ ਛਕਣ ਵਾਸਤੇ ਅੰਨ ਦੀ ਰੋਜ਼ ਲੋੜ ਪੈਂਦੀ ਹੈ, ਤੂੰ ਰੋਜ਼ ਭੋਜਨ ਛਕਦਾ, ਜਿਵੇਂ ਭੋਜਨ ਦੀ ਰੋਜ਼ ਲੋੜ ਹੈ, ਇਸੇ ਤਰ੍ਹਾਂ ਆਤਮਾ ਵਾਸਤੇ ਨਾਮ ਦੀ ਵੀ ਰੋਜ਼ ਲੋੜ ਹੈ। ਜਿਵੇਂ ਤੇਰੇ ਸਰੀਰ ਨੂੰ ਸਾਹਾਂ ਦੀ ਰੋਜ਼ ਲੋੜ ਪੈਂਦੀ ਹੈ, ਇਸੇ ਤਰ੍ਹਾਂ ਤੇਰੀ ਆਤਮਾ ਨੂੰ ਨਾਮ ਦੀ ਲੋੜ ਹੈ। ਪਾਤਸ਼ਾਹ ਕਹਿਣ ਲੱਗੇ, ਗਾਵੋ, ਸੁਣੋ, ਪੜ੍ਹੋ ਨਿਤ ਭਾਈ। ਇੱਕ ਦਿਨ ਨਹੀਂ, ਨਿਤਾ ਪ੍ਰਤੀ ਹਰ ਰੋਜ਼ ਹਰ ਵੇਲੇ ਪੜ੍ਹਨਾ ਕਰ। ਗੁਰ ਪੂਰਾ ਤੂੰ ਰੱਖਿਆ, ਤੇਰੇ ਉੱਪਰ ਪੂਰੇ ਗੁਰੂ ਨੇ ਮਿਹਰ ਦਾ ਹੱਥ ਰੱਖਿਆ ਹੈ, ਤਾਂ ਤੈਨੂੰ ਇਹ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਤੇ ਨਾਮ ਦੀਆਂ ਦਾਤਾਂ ਪ੍ਰਾਪਤ ਹੋਈਆਂ। ਜਿਹੜੀ ਐਸੀ ਸ਼ਰਨ ਵਿੱਚ ਆ ਜਾਂਦੇ, ਉਹਨਾਂ ਨੂੰ ਪੂਰੇ ਗੁਰੂ ਸਾਹਿਬਾਨ ਜੀ ਆਪਣਾ ਹੱਥ ਦੇ ਕੇ ਮਿਹਰ ਦਾ ਉਹਨਾਂ ਦੀ ਰੱਖਿਆ ਕਰਦੇ ਹਨ। ਰਹਾਉ ਸਾਚਾ ਸਾਹਿਬ ਅਮਿਤ ਵਡਾਈ, ਭਗਤ ਵਚਲ ਦਇਆਲਾ। ਫਰਮਾਉਂਦੇ, ਸੱਚੇ ਸਾਹਿਬ ਜੋ ਸਤਿਗੁਰੂ ਹਨ, ਉਹਨਾਂ ਦੀ ਵਡਿਆਈ ਅਮਿਤ ਹੈ। ਅਮਿਤ ਤੋਂ ਭਾਵ ਹੁੰਦਾ ਹੈ ਜਿਸ ਦੀ ਮਿਣਤੀ ਨਾ ਹੋਵੇ, ਜਿਸ ਦੀ ਗਿਣਤੀ ਨਾ ਹੋਵੇ। ਸਤਿਗੁਰਾਂ ਦੀ ਵਡਿਆਈ ਕਿੰਨੀ ਕੁ ਹੈ, ਇਸ ਗੱਲ ਨੂੰ ਮਿਣ ਕੋਈ ਨਹੀਂ ਸਕਦਾ। ਮਿਣਤੀ ਤੋਂ ਬਾਹਰੀ ਵਡਿਆਈ ਹੈ। ਸਤਿਗੁਰੂ ਬਖਸ਼ਿਸ਼ਾਂ ਕਿੰਨੀਆਂ ਕਰ ਸਕਦੇ, ਇਹ ਵੀ ਗਿਣਤੀ ਤੋਂ ਬਾਹਰ ਹੀ ਹਨ। ਸਾਚਾ ਸਾਹਿਬ ਅਮਿਤ ਵਡਿਆਈ, ਉਹਨਾਂ ਦੀ ਵਡਿਆਈ ਅਮਿਤ ਹੈ, ਜਿਹੜੀ ਕਿਸੇ ਗਿਣਤੀ ਮਿਣਤੀ ਵਿੱਚ ਆ ਹੀ ਨਹੀਂ ਸਕਦੀ ਹੈ। ਐਸੀ ਬੇਅੰਤ ਬਖਸ਼ਿਸ਼ ਕਰਦੇ। ਭਗਤ ਵਛਲ, ਉਹ ਭਗਤਾਂ ਦੇ ਵਛਲ ਕਹੀਏ ਪਿਆਰੇ ਨੇ, ਅਤੇ ਸਦਾ ਦਿਆਲਾ ਦਿਆਲਤਾ ਕਰਨ ਵਾਲੇ ਹਨ। ਸੰਤਾਂ ਕੀ ਪੈਜ ਰੱਖਦਾ ਆ, ਆਦ ਬਿਰਦ ਪ੍ਰਤਪਾਲਾ। ਗੁਰੂ ਪਾਤਸ਼ਾਹ ਐਸੀ ਰਹਿਮਤ ਕਰ ਰਹੇ ਨੇ। ਕਹਿਣ ਲੱਗੇ, ਉਹ ਪ੍ਰਮਾਤਮਾ ਸੰਤਾਂ ਦੀ ਇੱਜ਼ਤ ਰੱਖਦਾ ਆਇਆ ਹੈ। ਜਦੋਂ ਜਦੋਂ ਤੋਂ ਕਿਸੇ ਸੰਤ ਨੇ ਰਾਧਿਆ ਹੈ ਪਰਮੇਸ਼ਰ ਨੂੰ, ਉਹ ਪਰਮੇਸ਼ਰ ਸੰਤਾਂ ਦੀ ਇੱਜ਼ਤ ਰੱਖਦਾ ਆਇਆ। ਕਦੋਂ ਰੱਖਦਾ ਆਇਆ? ਆਦ ਬਿਰਦ, ਉਹਦਾ ਆਦ ਮੁੱਢ ਤੋਂ ਹੀ, ਬਿਰਦ ਕਹੀਏ ਧਰਮ ਹੈ, ਉਹ ਸ਼ੁਰੂ ਤੋਂ ਹੀ, ਜਦੋਂ ਤੋਂ ਦੁਨੀਆ ਬਣੀ ਹੈ, ਜਦੋਂ ਤੋਂ ਇਨਸਾਨ ਬਣਿਆ, ਜਦੋਂ ਤੋਂ ਜੀਵ ਬਣੇ ਨੇ, ਉਹ ਪਰਮਾਤਮਾ ਉਦੋਂ ਤੋਂ ਹੀ ਆਪਣੇ ਭਗਤਾਂ ਦੀ, ਸਾਧੂਆਂ ਦੀ ਰੱਖਿਆ ਕਰਦਾ ਆਇਆ। ਆਦ ਬਿਰਦ ਪ੍ਰਤਪਾਲਾ, ਆਦ ਮੁੱਢ ਤੋਂ ਇਹ ਉਹਦਾ ਬਿਰਦ ਹੈ, ਉਹਦਾ ਸੁਭਾਅ ਹੈ ਕਿ ਉਹ ਆਪਣੇ ਭਗਤਾਂ ਦੀ ਰੱਖਿਆ ਕਰਦਾ। ਐਸੀ ਉਹ ਬਖਸ਼ਿਸ਼ ਕਰਦਾ ਹੈ। ਹਰਿ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਵ ਵੇਲਾ ਮੁਖ ਪਾਵੋ। ਫਰਮਾਉਂਦੇ, ਅੰਮ੍ਰਿਤ ਨਾਮ ਰੂਪੀ ਭੋਜਨ ਨੂੰ ਨਿਤਾ ਪ੍ਰਤੀ ਪੁੰਚੋ ਕਹੀਏ, ਛਕਣਾ ਕਰੋ। ਨਾਮ ਭੋਜਨ ਨੂੰ ਹਰ ਵੇਲੇ ਛਕਣਾ ਕਰੋ। ਕੀ ਛਕਣਾ ਹੈ? ਜਿਹੜਾ ਆਪਣੇ ਮੁਖ ਤੋਂ ਹਰ ਵੇਲੇ ਕਹਿਣਾ ਵਾਹਿਗੁਰੂ ਵਾਹਿਗੁਰੂ, ਇਹ ਨਾਮ ਭੋਜਨ ਦਾ ਛਕਣਾ ਹੈ। ਜਿਹੜਾ ਆਪਣੇ ਮੁਖ ਤੋਂ ਕਹਿਣਾ ਰਾਮ ਰਾਮ, ਇਹ ਨਾਮ ਭੋਜਨ ਦਾ ਛਕਣਾ ਹੈ। ਪਾਤਸ਼ਾਹ ਕਹਿਣ ਲੱਗੇ, ਅੰਮ੍ਰਿਤ ਨਾਮ ਪੁੰਚੋ, ਹਰ ਅੰਮ੍ਰਿਤ ਨਾਮ
ਨਿਤ ਪੁੰਚੋ। ਪ੍ਰਮਾਤਮਾ ਦਾ ਜਿਹੜਾ ਅੰਮ੍ਰਿਤ ਨਾਮ ਹੈ ਉਹਨੂੰ ਨਿਤਾ ਪ੍ਰਤੀ ਪੁੰਚੋ ਕਹੀਏ, ਛਕੋ। ਛਕਣਾ ਕਿਵੇਂ ਹੈ? ਜਪ ਕੇ ਸਰਬ ਵੇਲਾ ਮੁਖ ਪਾਵੋ। ਹਰ ਵੇਲੇ ਆਪਣੇ ਮੂੰਹ ਤੋਂ ਵਾਹਿਗੁਰੂ ਕਹਿ ਕੇ ਉਸ ਨਾਮ ਦੇ ਭੋਜਨ ਨੂੰ ਆਪਣੇ ਮੂੰਹ ਵਿੱਚ ਪਾਉਣਾ ਕਰੋ ਜੀ। ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਆਤਮਾ ਦੇ ਗੁਣ ਗਾਉਣ ਦੇ ਨਾਲ ਜਰਾ ਮਰਾ ਆਦਿ ਵਿਆਧੀ ਤੇ ਉਪਾਧੀ ਜਿਹੜੇ ਤਾਪ ਨੇ ਨਾ, ਇਹ ਸਾਰੇ ਨੱਠ ਜਾਂਦੇ, ਭੱਜ ਜਾਂਦੇ। ਭਾਵੇਂ ਸਰੀਰ ਨੂੰ ਰੋਗ ਆਇਆ, ਨਾਮ ਜਪੇਗਾ ਉਹ ਵੀ ਖਤਮ ਹੋ ਜਾਏਗਾ। ਤੇਰੇ ਪਰਿਵਾਰ ਨੂੰ ਕੋਈ ਦੁੱਖ ਵਿਪਤਾ ਪੈ ਗਈ ਹੈ, ਨਾਮ ਜਪੇਗਾ ਉਹ ਵੀ ਦੌੜ ਜਾਏਗੀ। ਤੇਰੇ ਮਨ ਨੂੰ ਕੋਈ ਰੋਗ ਲੱਗਾ ਹੋਇਆ ਹੈ, ਅੰਦਰੋਂ ਕਿਸੇ ਰੋਗ ਨਾਲ ਗ੍ਰਸਤ ਹੋ ਗਿਆ ਹੈ, ਜਿਹਦੀ ਕੋਈ ਦਵਾਈ ਬੂਟੀ ਨਹੀਂ ਹੈ, ਜਿਵੇਂ ਚਿੰਤਾ ਦਾ ਰੋਗ ਹੈ, ਇਹਦੀ ਕੀ ਦਵਾਈ ਕੋਈ ਕਰ ਲਵੇਗਾ। ਪਾਤਸ਼ਾਹ ਕਹਿਣ ਲੱਗੇ ਜਰਾ ਮਰਾ ਤਾਪ ਸਭ ਨਾਠਾ। ਗੁਰੂ ਦੀ ਬਾਣੀ ਇਹੋ ਜਿਹੀ ਹੈ, ਚਿੰਤਾ ਦੇ ਰੋਗ ਨੂੰ ਦੂਰ ਕਰ ਦਿੰਦੀ ਹੈ, ਇਸੇ ਤਰ੍ਹਾਂ ਸਰੀਰ ਦੇ ਰੋਗਾਂ ਨੂੰ ਦੂਰ ਕਰ ਦਿੰਦੀ ਹੈ, ਪਰਿਵਾਰ ਦੇ ਕਲੇਸ਼ਾਂ ਨੂੰ ਦੂਰ ਕਰ ਦਿੰਦੀ ਹੈ। ਇਹ ਆਦਿ ਵਿਆਧੀ ਤੇ ਉਪਾਧੀ ਪਾਪਾਂ ਨੂੰ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ। ਤੇ ਹੋਵੇਗਾ ਕਿਵੇਂ? ਗੁਣ ਗੋਬਿੰਦ ਨਿਤ ਗਾਵੋ। ਗੋਬਿੰਦ ਦੇ ਗੁਣਾਂ ਨੂੰ ਗਾ ਕੇ, ਗੋਬਿੰਦ ਦੇ ਗੁਣਾਂ ਨੂੰ ਜਪ ਕੇ ਇਹ ਸਾਰੇ ਦੁੱਖ ਜਿਹੜੇ ਨਾਸ਼ ਹੋ ਜਾਂਦੇ। ਫਿਰ ਮਹਾਰਾਜ ਫਰਮਾਉਂਦੇ ਹਨ ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਕਹਿੰਦੇ ਜਰਾ ਭਾਈ ਬੁਢੇਪੇ ਦਾ ਇਹ ਦੁੱਖ ਤੇਰਾ ਦੂਰ ਹੋ ਜਾਏਗਾ। ਮਨਮੁਖ ਲੋਕ ਜਿਹੜੇ ਨੇ ਨਾ, ਜਦੋਂ ਬੁੱਢੇ ਹੋ ਜਾਂਦੇ, ਬਜ਼ੁਰਗ ਹੋ ਜਾਂਦੇ, ਹਾਏ ਹਾਏ ਕਰਦੇ ਰਹਿੰਦੇ, ਮੈਨੂੰ ਆਹ ਬਿਮਾਰੀ ਹੈ, ਮੈਨੂੰ ਆਹ ਮੁਸੀਬਤ ਹੈ, ਮੈਨੂੰ ਆਹ ਦੁੱਖ ਹੈ, ਹੁਣ ਮੈਨੂੰ ਆਹ ਆਪਰੇਸ਼ਨ ਕਰਾਉਣਾ ਪੈਣਾ, ਹੁਣ ਮੈਨੂੰ ਆਹ ਇਲਾਜ ਕਰਵਾਉਣਾ ਪੈਣਾ। ਬੁਢੇਪੇ ਦੇ ਵਿੱਚ ਆ ਕੇ ਦੁੱਖਾਂ ਰੋਗਾਂ ਦੇ ਗ੍ਰਸਤ ਹੋ ਜਾਂਦੇ, ਹਰ ਵੇਲੇ ਹਾਏ ਹਾਏ ਉੱਠਦਿਆਂ ਬੈਠਦਿਆਂ ਕਰਦੇ। ਪਰ ਪਾਤਸ਼ਾਹ ਕਹਿਣ ਲੱਗੇ ਗੁਰਮੁਖ ਬੁੱਢੇ ਕਦੇ ਨਾ ਹੀ। ਜਿਨ੍ਹਾਂ ਅੰਦਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਗਿਆਨ ਹੈ ਨਾ, ਜਿਨ੍ਹਾਂ ਦੇ ਅੰਦਰੋਂ ਪ੍ਰਾਪਤੀ ਹੈ, ਉਹਨਾਂ ਨੂੰ ਬਜ਼ੁਰਗ ਹੋ ਕੇ, ਬੁੱਢੇ ਹੋ ਕੇ ਵੀ ਕਦੇ ਉਹ ਹਾਏ ਨਹੀਂ ਮੁਖੋਂ ਕਹਿੰਦੇ। ਸਦਾ ਚੜ੍ਹਦੀ ਕਲਾ ਵਿੱਚ ਉਹਨਾਂ ਦਾ ਜੀਵਨ ਰਹਿੰਦਾ ਹੈ। ਜਿਵੇਂ ਮਹਾਨ ਗੁਰਸਿੱਖ ਬਾਬਾ ਦੀਪ ਸਿੰਘ ਜੀਆਂ ਨੇ ਵੱਡੀ ਉਮਰ ਦੇ ਵਿੱਚ, ਜਿਸ ਉਮਰ ਦੇ ਵਿੱਚ ਬੰਦਾ ਮੰਜੇ ਤੇ ਪੈ ਜਾਂਦਾ ਹੈ, ਉਸ ਉਮਰ ਦੇ ਵਿੱਚ ਖੰਡਾ ਚੁੱਕ ਕੇ ਉਹਨਾਂ ਨੇ ਜੰਗ ਕਰ ਛੱਡਿਆ। ਕਹਿਣ ਲੱਗੇ ਇਹ ਜਰਾ ਬੁਢੇਪੇ ਦਾ ਰੋਗ ਵੀ ਉਹਨਾਂ ਦੇ ਕੋਲ, ਬੁਢੇਪੇ ਵਿੱਚ ਬਿਮਾਰੀਆਂ, ਅਲਾਮਤਾਂ, ਦੁੱਖ, ਇਹ ਵੀ ਉਹਨਾਂ ਕੋਲ ਨਹੀਂ ਆਉਂਦਾ, ਦੂਰ ਹੋ ਜਾਂਦਾ ਹੈ। ਸੋ ਅਗਲਾ ਬਚਨ ਮਹਾਰਾਜ ਕਹਿਣ ਲੱਗੇ ਮਰਾ ਕਹੀਏ, ਮਰ ਕੇ ਜਿਹੜਾ ਦੁੱਖ ਮਿਲਣਾ ਜਮਾਂ ਦੇ ਕੋਲੋਂ, ਇਹ ਵੀ ਗੁਰਮੁਖਾਂ ਦਾ ਦੂਰ ਹੋ ਜਾਂਦਾ ਹੈ। ਜਰਾ ਮਰਾ ਤਾਪ, ਜਿੰਨੇ ਤਾਪ ਨੇ, ਬੁਖਾਰ ਜਾਂ ਆਦਿ ਵਿਆਧੀ ਤਾਪ, ਇਹ ਵੀ ਸਾਰੇ ਮੁੱਕ ਜਾਂਦੇ। ਤੇ ਗੁਣ ਗੋਬਿੰਦ ਨਿਤ ਗਾਓ। ਗੋਬਿੰਦ ਦੇ ਗੁਣ ਗਾਉਣ ਕਰਕੇ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ। ਸੁਣ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਸਾਡੇ ਸੁਆਮੀ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੀ ਅਰਦਾਸ ਸੁਣੀ ਹੈ। ਸਾਡੇ ਮਾਲਕ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਅਰਦਾਸ ਸੁਣੀ ਹੈ। ਸੁਣੀ ਅਰਦਾਸ ਸੁਆਮੀ ਮੇਰਾ, ਮੇਰੇ ਸੁਆਮੀ ਨੇ ਇਹ ਅਰਦਾਸ ਸੁਣੀ ਹੈ। ਸਰਬ ਕਲਾ ਬਣਾਈ, तमाम ਸ਼ਕਤੀਆਂ ਜਿਹੜੀਆਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ, ਉਹ ਸਾਰੀਆਂ ਸਾਨੂੰ ਬਣ ਆਈਆਂ, ਸਾਨੂੰ ਪ੍ਰਾਪਤ ਹੋਈਆਂ। ਬਾਬਾ ਪ੍ਰਿਥੀ ਚੰਦ ਨੇ ਬੜਾ ਜ਼ੋਰ ਲਾਇਆ ਇਹ ਗੁਰੂ ਘਰ ਦੀਆਂ ਦਾਤਾਂ ਮੈਨੂੰ ਮਿਲ ਜਾਣ। ਬਾਬਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਬੜਾ ਜ਼ੋਰ ਲਾਇਆ ਮੈਨੂੰ ਮਿਲ ਜਾਣ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ, ਸਰਬ ਕਲਾ ਬਣਾਈ ਇਹ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਾਡੇ ਤੇ ਹੋਈ ਹੈ। ਗੁਰੂ ਨਾਨਕ ਦੇ ਘਰ ਦੀਆਂ ਦਾਤਾਂ, ਕਲਾ ਜੋ ਸ਼ਕਤੀਆਂ ਨੇ, ਉਹ ਸਾਰੀਆਂ ਸਾਨੂੰ ਹੀ ਬਣ ਆਈਆਂ, ਸਾਨੂੰ ਪ੍ਰਾਪਤ ਹੋਈਆਂ ਹਨ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਦੇ ਮਹਾਰਾਜ ਜੀਆਂ ਦੀ ਵਡਿਆਈ ਸਾਰੇ ਯੁੱਗਾਂ ਦੇ ਵਿੱਚ, ਜਦੋਂ ਤੋਂ ਦੁਨੀਆ ਬਣੀ ਹੈ ਨਾ, ਉਹਨਾਂ ਯੁੱਗਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦੀ ਵਡਿਆਈ, ਤੇ ਅੱਜ ਵੀ ਉਹ ਵਡਿਆਈ ਹੋ ਰਹੀ ਹੈ। ਪ੍ਰਗਟ ਭਈ ਸਗਲੇ ਯੁੱਗ ਅੰਤਰ, ਜਿੰਨੇ ਵੀ ਯੁੱਗ ਨੇ, ਸਤਿਯੁਗ, ਤ੍ਰੇਤਾ, ਦੁਆਪਰ ਤੇ ਭਾਵੇਂ ਕਲਯੁੱਗ, ਇਹਨਾਂ ਯੁੱਗਾਂ ਦੇ ਵਿੱਚ ਪਾਤਸ਼ਾਹ ਦੀ ਵਡਿਆਈ ਬਣੀ ਹੋਈ ਹੈ। ਐਸੀ ਗੁਰੂ ਨਾਨਕ ਦੇ ਨਾਮ ਦੀ ਵਡਿਆਈ ਹੈ, ਐਸੀ ਮਹਿਮਾ ਹੈ। ਇਹ ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸੁਣ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।